ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ। ਲਾਹਾ ਖਟਿਓ ਦਿਹਾੜੀ, ਏ ਧਨ ਤਿਨਾ ਮਿਲਿਆ। ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ। ਮਨ ਹੋਆ ਵਣਜਾਰਾ, ਏ ਧਨ ਤਿਨਾ ਮਿਲਿਆ। ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ। ਮਨ ਹੋਆ ਵਣਜਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ, ਚਰਨ ਸ਼ਰਨ ਵਿਖੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ, ਸਤਿਗੁਰੂ ਜੀ ਦੀਆਂ ਬੇਅੰਤ ਬੇਅੰਤ ਰਹਿਮਤਾਂ ਔਰ ਬਖਸ਼ਿਸ਼ਾਂ ਹੋਈਆਂ ਹਨ। ਗੁਰੂ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਮਿਲਿਆ ਹੈ ਔਰ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਦੇ ਅੰਮ੍ਰਿਤਮਈ ਸ਼ਬਦ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਔਰ ਕੀਰਤਨ ਹਰ ਇੱਕ ਗੁਰੂ ਕੇ ਸਿੱਖ ਦੀ ਰੂਹ ਦੀ ਖੁਰਾਕ ਹੈ। ਕੀਰਤਨ ਇੱਕ ਬੰਦਗੀ ਹੈ, ਕੀਰਤਨ ਇੱਕ ਭਗਤੀ ਹੈ। ਹਰ ਸਿੱਖ ਦੇ ਲਈ ਜ਼ਰੂਰੀ ਹੈ ਉਹ ਕੀਰਤਨ ਦੇ ਨਾਲ ਜੁੜੇ, ਜਿਸ ਵੀ ਰੂਪ ਦੇ ਵਿੱਚ ਜੁੜ ਸਕਦਾ ਹੈ, ਕੀਰਤਨ ਕਰਨ ਦੇ ਰੂਪ ਦੇ ਵਿੱਚ ਜਾਂ ਕੀਰਤਨ ਸੁਣਨ ਦੇ ਰੂਪ ਦੇ ਵਿੱਚ। ਸਤਿਗੁਰੂ ਕੀਰਤਨ ਦੀ ਵਡਿਆਈ ਬਿਆਨ ਕਰਦਿਆਂ ਕਹਿੰਦੇ ਹਨ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਕਿਉਂਕਿ ਬਾਣੀ ਵੀ ਆਪਾਂ ਆਨੰਦ ਸਾਹਿਬ ਦੀ ਵਿਚਾਰ ਕਰ ਰਹੇ ਹਾਂ। ਜਿਸ ਬਾਣੀ ਰਾਹੀਂ ਸਤਿਗੁਰੂ ਸਾਨੂੰ ਆਨੰਦ ਰੂਪੀ ਸਿਖਰ ਤੇ ਪਹੁੰਚਾ ਰਹੇ ਨੇ, ਤੇ ਉਸ ਆਨੰਦ ਰੂਪੀ ਸਿਖਰ ਤੇ ਪਹੁੰਚਣ ਦਾ ਇੱਕ ਇਹ ਵੀ ਵੇ ਹੈ, ਰਸਤਾ ਹੈ ਕੀਰਤਨ। ਕੀਰਤਨ ਆਨੰਦ ਗੁਣੀ ਗਹੀਰਾ, ਆਨੰਦ ਦਾ ਖਜ਼ਾਨਾ ਹੈ, ਆਨੰਦ ਦਾ ਰਸਤਾ ਹੈ ਕੀਰਤਨ। ਕੀਰਤਨ ਦੇ ਰਾਹੀਂ ਭਟਕਦੀ ਹੋਈ ਬਿਰਤੀ ਟਿਕਦੀ ਹੈ, ਭਟਕਦੇ ਹੋਏ ਮਨ ਨੂੰ ਸ਼ਾਂਤੀ ਮਿਲਦੀ ਹੈ। ਬਲਕਿ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਮਹਾਰਾਜ ਬਗਦਾਦ ਪਹੁੰਚੇ ਤੇ ਬਗਦਾਦ ਉਹ ਜਗ੍ਹਾ ਸੀ, ਉਹ ਨਗਰ ਹੈ ਜਿੱਥੇ ਗੀਤ ਤੇ ਸੰਗੀਤ ਤੇ ਪਾਬੰਦੀ ਹੈ ਔਰ ਬੜੀ ਸਖਤ ਪਾਬੰਦੀ ਹੈ। ਤੇ ਜੇ ਕੋਈ ਸੰਗੀਤ ਗੀਤ ਦੀ ਵਰਤੋਂ ਕਰਦਾ ਹੈ, ਭਾਵ ਕੋਈ ਗਾਉਂਦਾ ਹੈ ਕਿਸੇ ਵੀ ਰੂਪ ਦੇ ਵਿੱਚ, ਉਹਦੇ ਲਈ ਮੌਤ ਦੀ ਸਜ਼ਾ ਹੈ। ਪੱਥਰ ਮਾਰ ਮਾਰ ਕੇ ਮਾਰ ਦਵੋ ਉਹਨੂੰ। ਗੁਰੂ ਨਾਨਕ ਮਹਾਰਾਜ ਜਦੋਂ ਬਗਦਾਦ ਵਿਖੇ ਪਹੁੰਚੇ ਹਨ
ਤੇ ਮਹਾਰਾਜ ਨੇ ਆਪਣੇ ਸੁਭਾਅ ਮੁਤਾਬਕ ਭਾਈ ਮਰਦਾਨੇ ਨੂੰ ਬਚਨ ਕੀਤਾ, ਛੇੜੋ ਰਬਾਬ ਦੀ ਤਾਰ। ਭਾਈ ਗੁਰਦਾਸ ਸਾਹਿਬ ਕਹਿੰਦੇ, ਬਗਦਾਦ ਕੌਣ ਪਹੁੰਚਿਆ ਹੈ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹੁਣ ਭਾਈ ਮਰਦਾਨੇ ਨੇ ਰਬਾਬ ਵਜਾਈ, ਗੁਰੂ ਨਾਨਕ ਜੀ ਨੇ ਸ਼ਬਦ ਗਾਇਨ ਕੀਤਾ। ਨਗਰ 'ਚ ਚਰਚਾ ਫੈਲ ਗਈ ਕਿ ਬਾਹਰ ਕੋਈ ਆਇਆ ਹੈ। ਕਿਸੇ ਨੇ ਬਹੁਤ ਗੌਰ ਦੇ ਨਾਲ ਤੇ ਨਹੀਂ ਸੁਣਿਆ ਕਿ ਕੀ ਗਾਇਆ ਜਾ ਰਿਹਾ ਹੈ। ਹਾਂ, ਇੰਨਾ ਜ਼ਰੂਰ ਅੰਦਾਜ਼ਾ ਲਗਾ ਲਿਆ ਕਿ ਕੁਝ ਗਾਇਆ ਜਾ ਰਿਹਾ ਹੈ। ਹੁਣ ਵੇਖੋ, ਇਹਦੇ 'ਚ ਬੜਾ ਫਰਕ ਜੀ। ਕੁਝ ਗਾਇਆ ਜਾ ਰਿਹਾ ਹੈ, ਆਪਾਂ ਸੁਣ ਲਿਆ। ਕੀ ਗਾਇਆ ਜਾ ਰਿਹਾ ਹੈ ਅਸਲ 'ਚ ਉਹ ਸੁਣਨਾ ਬੜਾ ਜ਼ਰੂਰੀ ਹੈ। ਕਈ ਵਾਰ ਆਪਾਂ ਗੁਰੂ ਦਰਬਾਰ 'ਚ ਆਉਂਦੇ ਹਾਂ, ਕੀਰਤਨ ਚੱਲ ਰਿਹਾ ਹੁੰਦਾ ਹੈ, ਕਈ ਤੇ ਇੱਦਾਂ ਦੌੜੇ ਦੌੜੇ ਆਉਂਦੇ, ਦੌੜੇ ਦੌੜੇ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਹੈ ਕੀ ਗਾਇਆ ਜਾ ਰਿਹਾ ਹੈ। ਈਵਨ ਕਈ ਬੈਠੇ ਵੀ ਹਨ, ਮਨ ਬਾਹਰ ਖਿੰਡਿਆ ਪਿਆ ਹੈ, ਨਹੀਂ ਪਤਾ ਲੱਗਦਾ ਕਿਹੜੇ ਸ਼ਬਦ ਦਾ ਕੀਰਤਨ ਹੋ ਰਿਹਾ, ਕੀ ਗਾਇਆ ਜਾ ਰਿਹਾ ਹੈ। ਉਹ ਸੰਗੀਤ ਤਾਂ ਪਹੁੰਚ ਰਿਹਾ ਹੈ ਕੰਨਾਂ ਤੱਕ, ਪਰ ਸ਼ਬਦ ਨਹੀਂ ਪਹੁੰਚ ਰਿਹਾ ਹੈ। ਤੇ ਸਾਡੇ ਲਈ ਵੇਖੋ, ਸੰਗੀਤ ਇੱਕ ਰਸਤਾ ਹੈ। ਅਸੀਂ ਜੁੜਨਾ ਹੈ ਸ਼ਬਦ ਦੇ ਨਾਲ, ਸ਼ਬਦ ਦੇ ਨਾਲ, ਬਾਣੀ ਦੇ ਨਾਲ। ਔਰ ਹੁਣ ਤਾਂ ਬੇਸ਼ੱਕ ਕੀਰਤਨ ਦਾ ਬਹੁਤ ਤਰੀਕਾ ਬਦਲ ਚੁੱਕਿਆ ਹੈ, ਜਿਵੇਂ ਜਿਵੇਂ ਸਮਾਜ ਦਾ ਅੱਗੇ ਮਾਹੌਲ ਬਦਲਿਆ ਹੈ, ਮਨੁੱਖੀ ਰੁਚੀਆਂ ਬਦਲੀਆਂ ਹਨ, ਹਰ ਚੀਜ਼ ਮਸਾਲੇਦਾਰ ਹੋ ਰਹੀ ਹੈ। ਔਰ ਇਸੇ ਤਰ੍ਹਾਂ ਕੀਰਤਨ ਦੀ ਤਕਨੀਕ ਦੇ ਵਿੱਚ, ਗਾਉਣ ਸ਼ੈਲੀ ਦੇ ਵਿੱਚ ਵੀ ਤਬਦੀਲੀ ਆਈ ਹੈ। ਔਰ ਕਿਉਂਕਿ ਅੱਜ ਦੇ ਸਮੇਂ 'ਚ ਸਾਡੀ ਜ਼ਿੰਦਗੀ ਬਹੁਤ ਤੇਜ਼ ਚੱਲ ਰਹੀ ਹੈ, ਹਰ ਚੀਜ਼ ਤੇਜ਼ ਤਰਾਰ ਹੈ, ਇਸੇ ਤਰ੍ਹਾਂ ਕੀਰਤਨ ਦੀ ਵੀ ਇੱਕ ਸਪੀਡ ਬਣ ਚੁੱਕੀ ਹੈ। ਪਰ ਆਪਾਂ ਜਦੋਂ ਪੁਰਾਣੇ ਸਮਿਆਂ 'ਚ ਵੇਂਦੇ ਹਾਂ, ਤੀਨ ਤਾਲ ਦੀ ਪ੍ਰਧਾਨਤਾ ਦਾ ਸਮਾਂ, ਬੜੇ ਸਹਿਜ ਦੇ ਨਾਲ ਰਾਗਾਂ 'ਚ ਕੀਰਤਨ ਹੋਣਾ, ਇੱਕ ਇੱਕ ਸ਼ਬਦੀ ਪੰਕਤੀ ਨੂੰ ਕਿੰਨੀ ਕਿੰਨੀ ਵਾਰ ਠਹਿਰਾ ਠਹਿਰਾ ਕੇ ਗਾਇਆ ਜਾਂਦਾ ਸੀ। ਕਾਰਨ ਕੀ ਸੀ ਕਿ ਅਸੀਂ ਸ਼ਬਦ ਦੇ ਨਾਲ ਜੁੜਨਾ ਹੈ। ਤੇ ਜੇ ਇੰਨੀ ਤੇਜ਼ੀ ਦੇ ਨਾਲ ਗਾਇਨ ਹੋਇਆ ਕਿ ਸ਼ਬਦ ਨੂੰ ਅਸੀਂ ਸਮਝ ਹੀ ਨਾ ਸਕੇ, ਦੋ ਚਾਰ ਵਾਰ ਉਹ ਪੰਕਤੀ ਸਾਡੇ ਕੰਨਾਂ 'ਚ ਨਾ ਪਹੁੰਚੀ ਤੇ ਅਸੀਂ ਉਹ ਪੰਕਤੀ ਨੂੰ ਜਿੰਨੀ ਦੇਰ ਸੁਣਿਆ ਨਾ, ਉਨੀ ਦੇਰ ਤੱਕ ਗਾ ਨਹੀਂ ਸਕਦੇ ਹਾਂ। ਹਾਂ, ਕੁਝ ਸ਼ਬਦ ਐਸੇ ਹੁੰਦੇ ਨੇ ਆਪਾਂ ਵਾਰ-ਵਾਰ ਸੁਣਦੇ ਹਾਂ, ਉਹ ਸਾਨੂੰ ਕੰਠ ਹੋ ਗਏ, ਪਰ ਬਹੁਤ ਸ਼ਬਦ ਐਸੇ ਹਨ ਜਿਹੜੇ ਸਾਨੂੰ ਕੰਠ ਨਹੀਂ ਹੁੰਦੇ ਹਨ। ਤੇ ਉਹ ਅਸੀਂ ਕਿਵੇਂ ਕੀਰਤਨ ਦੇ ਨਾਲ ਗਾ ਸਕਦੇ ਹਾਂ? ਉਹਦੇ ਲਈ ਜ਼ਰੂਰੀ ਹੁੰਦਾ ਸੀ ਇੱਕ ਇੱਕ ਪੰਕਤੀ ਨੂੰ ਵਾਰ-ਵਾਰ ਗਾਇਆ ਜਾਣਾ, ਕਿ ਐਨ ਜਿਹੜਾ ਸੁਣ ਰਿਹਾ ਹੈ ਨਾ, ਉਹਦੇ ਧਿਆਨ 'ਚ ਸ਼ਬਦ ਬਹਿ ਜਾਵੇ, ਉਹਦੀ ਸੁਰਤ 'ਚ, ਉਹਦੀ ਸ਼ਰਵਣੀ 'ਚ ਸ਼ਬਦ ਬਹਿ ਜਾਵੇ, ਉਹਨੂੰ ਪਤਾ ਲੱਗੇ ਕਿ ਸ਼ਬਦ ਕੀ ਗਾਇਆ ਜਾ ਰਿਹਾ ਹੈ। ਬਾਕੀ ਤਾਂ ਹਾਰਮੋਨੀਅਮ, ਤਬਲਾ ਜਾਂ ਰਬਾਬ, ਸਰੰਦਾ, ਜੋ ਵੀ ਸਾਜ਼ ਹਨ, ਉਹ ਤਾਂ ਕੇਵਲ ਇੱਕ ਸਾਧਨ ਹਨ ਜੁੜਨ ਦੇ। ਜੁੜਨਾ ਆਪਾਂ ਸ਼ਬਦ ਦੇ ਨਾਲ ਹੈ, ਬਾਣੀ ਦੇ ਨਾਲ ਹੈ। ਔਰ ਜੇ ਅਸੀਂ ਆਏ ਵੀ, ਬੈਠੇ ਵੀ, ਬਸ ਜੀ ਸੰਗੀਤ ਦਾ ਐਂਟਰਟੇਨਮੈਂਟ ਤਾਂ ਕੀਤਾ, ਤੇ ਪਰ ਸ਼ਬਦ ਤੱਕ ਸੁਰਤ ਨਾ ਪਹੁੰਚੀ, ਤਾਂ ਫਿਰ ਗੱਲ ਨਹੀਂ ਬਣਦੀ ਹੈ। ਫਿਰ ਤਾਂ ਹਾਂ ਇੰਨਾ ਹੋਏਗਾ, ਹਾਂ ਕੀਰਤਨ ਚੱਲ ਰਿਹਾ ਜੀ, ਸੁਣੀ ਹੈ ਇੱਕ ਧੁਨ, ਪਰ ਸ਼ਬਦ ਨਹੀਂ ਸੁਣਿਆ ਹੈ। ਉਹ ਇਸੇ ਤਰ੍ਹਾਂ ਹੋਇਆ, ਗੁਰੂ ਨਾਨਕ ਜੀ ਨੇ ਸ਼ਬਦ ਕੀਰਤਨ ਕੀਤਾ, ਭਾਈ ਮਰਦਾਨੇ ਨੇ ਰਬਾਬ ਵਜਾਈ, ਆਵਾਜ਼ ਕਿਸੇ ਨੇ ਦੂਰ ਸੁਣ ਲਈ, ਹਾਂ ਕੁਝ ਗਾਇਆ ਜਾ ਰਿਹਾ ਹੈ, ਕੋਈ ਸਾਜ਼ ਵੱਜ ਰਿਹਾ ਹੈ, ਕੋਈ ਸੰਗੀਤ ਦੀਆਂ ਧੁਨਾਂ ਚੱਲ ਰਹੀਆਂ ਨੇ, ਪਰ ਕੀ ਗਾਇਆ ਜਾ ਰਿਹਾ ਹੈ ਉਹ ਨਾ ਸੁਣਿਆ, ਉਹ ਨਾ ਸੁਣਿਆ। ਤੇ ਜਾ ਕੇ ਨਗਰ 'ਚ ਖਬਰ ਦਿੱਤੀ, ਤੇ ਨਗਰ ਉੱਪਰ ਦਸਤਗੀਰ ਦੀ ਹਕੂਮਤ ਚੱਲਦੀ ਸੀ, ਪੀਰ ਸੀ, ਸ਼ਰਈ ਬੰਦਾ। ਕਹਿਣ ਲੱਗਾ, ਕਿੰਨੇ ਹਿੰਮਤ ਕੀਤੀ ਬਗਦਾਦ 'ਚ ਏਦਾਂ ਰਾਗ ਗਾਉਣ ਦੀ, ਸੰਗੀਤ ਵਜਾਉਣ ਦੀ, ਸਾਜ਼, ਚਲੋ ਪੱਥਰ ਮਾਰ ਮਾਰ ਕੇ ਮਾਰਾਂਗੇ। ਕ੍ਰੋਧ ਦੇ ਨਾਲ ਭਰੇ ਇਹ ਬੜੇ ਲੋਕ ਦਸਤਗੀਰ ਦੀ ਅਗਵਾਈ 'ਚ ਪਹੁੰਚ ਗਏ ਗੁਰੂ ਨਾਨਕ ਜੀ ਤੇ ਭਾਈ ਮਰਦਾਨੇ ਨੂੰ ਪੱਥਰ ਮਾਰ ਮਾਰ ਕੇ ਮਾਰਨ ਦੇ ਲਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ, ਕਹਿਣ ਲੱਗੇ ਜੀ ਇੱਥੇ ਰਾਗ ਦੀ ਪਾਬੰਦੀ ਹੈ, ਸੰਗੀਤ ਤੇ ਪਾਬੰਦੀ ਹੈ, ਤੁਸੀਂ ਕਿੱਦਾਂ ਹਿੰਮਤ ਕੀਤੀ ਹੈ ਇੱਥੇ ਸੰਗੀਤ ਗਾਉਣ ਦੀ, ਇੱਥੇ ਰਾਗ ਗਾਉਣ ਦੀ, ਕੋਈ ਤਰਾਨੇ ਗਾਉਣ ਦੀ। ਤੇ ਮਹਾਰਾਜ ਕਹਿਣ ਲੱਗੇ ਪਹਿਲੀ ਗੱਲ ਤਾਂ ਵੇਖੋ, ਅਸੀਂ ਤੁਹਾਡੇ ਨਗਰ ਆਏ ਹਾਂ ਪਹਿਲੀ ਵਾਰ, ਪਹਿਲਾਂ ਨਹੀਂ ਕਦੇ ਆਏ, ਪਹਿਲੀ ਵਾਰ ਆਏ, ਸਾਨੂੰ ਨਹੀਂ ਪਤਾ ਸੀ ਤੁਸੀਂ ਕੀ ਕੀ ਪਾਬੰਦੀਆਂ ਲਗਾਈਆਂ ਨੇ, ਕੀ ਕੀ ਖੁੱਲ੍ਹ ਦਿੱਤੀ ਹੈ। ਔਰ ਦੂਜੇ ਨੰਬਰ ਤੇ ਮਹਾਰਾਜ ਕਹਿਣ ਲੱਗੇ ਰਾਗ 'ਚ ਸੰਗੀਤ 'ਚ ਐਸਾ ਕੀ ਗੁਨਾਹ ਹੈ, ਤੁਸੀਂ ਇਹਦੇ ਤੇ ਪਾਬੰਦੀ ਲਾਈ ਹੈ ਕਿ ਬਗਦਾਦ ਦੀ ਜੂਹ 'ਚ ਕੋਈ ਸੰਗੀਤ, ਕੋਈ ਰਾਗ ਗਾ ਹੀ ਨਹੀਂ ਸਕਦਾ। ਇਹ ਕਹਿਣ ਲੱਗੇ ਜੀ ਰਾਗ ਤੇ ਸੰਗੀਤ ਬਿਰਤੀ ਨੂੰ ਭਟਕਾਉਂਦਾ ਹੈ, ਮਨ ਅੰਦਰ ਵਿਕਾਰ ਪੈਦਾ ਕਰਦਾ ਹੈ, ਚੰਚਲਤਾਈ ਪੈਦਾ ਕਰਦਾ ਹੈ, ਇਸ ਕਰਕੇ ਸੰਗੀਤ ਤੇ ਪਾਬੰਦੀ ਹੈ। ਤੇ ਹਾਲਾਂਕਿ ਜੇ ਇੱਕ ਪੱਖ ਨੂੰ ਲੈ ਕੇ ਆਪਾਂ ਵੇਖੀਏ ਨਾ, ਤੇ ਵਾਕਿਆ ਜਿੱਦਾਂ ਦਾ ਅੱਜ ਦਾ ਆਪਾਂ ਗੀਤ ਸੰਗੀਤ ਵੇਖਦੇ ਹਾਂ, ਜੋ ਕੁਝ ਚੱਲ ਰਿਹਾ ਹੈ, ਉਹ ਵਾਕਿਆ ਹੀ ਬਿਰਤੀਆਂ ਖੰਡਾਉਣ ਵਾਲੀ ਗੱਲ ਹੀ ਹੈ। ਉੱਦਾਂ ਦੇ ਸੰਗੀਤ ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਜੋ ਬਸ ਅਸ਼ਲੀਲਤਾ ਹੀ ਹੈ। ਪਰ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਠੀਕ ਹੈ, ਅਸੀਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਪਰ ਵੇਖੋ ਰਾਗ ਇੱਕ ਭਾਂਡਾ ਹੈ, ਉਸ ਭਾਂਡੇ ਦੇ ਵਿੱਚ ਕੋਈ ਕੀ ਪਾ ਕੇ ਪਰੋਸਦਾ ਪਿਆ ਹੈ, ਉਹ ਗੱਲ ਪਰੋਸਣ ਵਾਲੇ ਦੀ ਹੈ। ਠੀਕ ਹੈ, ਲੋਕ ਰਾਗ ਰੂਪੀ ਭਾਂਡੇ ਦੇ ਵਿੱਚ ਅਸ਼ਲੀਲਤਾ ਭਰੇ ਗੀਤ ਪਾ ਕੇ ਗਾਉਂਦੇ ਨੇ, ਜੋ ਬਿਰਤੀਆਂ ਭੜਕਾਉਣ ਵਾਲੇ ਗੀਤ ਹਨ, ਪਰ ਅਸੀਂ ਇਸ ਰਾਗ ਰੂਪੀ ਭਾਂਡੇ ਦੇ ਵਿੱਚ ਖੁਦਾ ਦੀ ਇਬਾਦਤ ਪਾ ਕੇ ਗਾਉਂਦੇ ਪਏ ਹਾਂ। ਜੋ ਅਸੀਂ ਗਾਉਂਦੇ ਪਏ ਹਾਂ ਉਹ ਬਿਰਤੀਆਂ ਭਟਕਾਉਣ ਵਾਲਾ ਨਹੀਂ ਹੈ, ਉਹ ਬਿਰਤੀਆਂ ਟਿਕਾਉਣ ਵਾਲਾ ਹੈ। ਜੇ ਤੁਹਾਨੂੰ ਨਹੀਂ ਯਕੀਨ, ਅਸੀਂ ਗਾਉਂਦੇ ਹਾਂ, ਤੁਸੀਂ ਸੁਣ ਲਿਓ। ਜੇ ਬਿਰਤੀ ਭਟਕੇਗੀ ਪੱਥਰ ਮਾਰ ਮਾਰ ਕੇ ਮਾਰ ਦਿਓ, ਅਸੀਂ ਇੱਥੇ ਹੀ ਬੈਠੇ ਹਾਂ। ਤੇ ਜੇ ਬਿਰਤੀ ਟਿਕ ਜਾਏਗੀ ਤੇ ਫਿਰ ਤੁਸੀਂ ਵੀ ਬਹਿ ਕੇ ਤੇ ਉਹ ਸ਼ਬਦ ਦਾ, ਖੁਦਾ ਦੀ ਇਬਾਦਤ ਦਾ ਆਨੰਦ ਮਾਣਿਓ। ਮਹਾਰਾਜ ਕਹਿਣ ਲੱਗੇ ਵਜਾਓ ਭਾਈ ਮਰਦਾਨਾ ਜੀ ਰਬਾਬ। ਭਾਈ ਮਰਦਾਨੇ ਨੇ ਰਬਾਬ ਦੀ ਤਾਰ ਛੇੜੀ ਔਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਨ ਦੀ ਆਰੰਭਤਾ ਕਰਦੇ ਹਨ। ਤੇ ਇਤਿਹਾਸਕਾਰ ਤਲੰਗ ਰਾਗ ਦੇ ਪਹਿਲੇ ਸ਼ਬਦ ਦੀ ਗੱਲ ਕਰਦੇ ਨੇ ਕਿ ਮਹਾਰਾਜ ਨੇ ਇੱਥੇ ਉਹ ਸ਼ਬਦ ਗਾਇਨ ਕੀਤਾ ਸੀ, ਜ਼ਕ ਅਰਜ ਗੁਫਤਮ ਪੇਸ਼ ਦੋ ਦਰਕੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਇਹ ਅਰਬੀ ਫਾਰਸੀ ਭਾਸ਼ਾ ਦੇ ਸ਼ਬਦ ਹਨ, ਅਰਬੀ ਫਾਰਸੀ ਭਾਸ਼ਾ ਦੇ ਵਿੱਚ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਉਹਨਾਂ ਲੋਕਾਂ ਨੂੰ ਵੀ ਸਮਝ ਦੇ ਵਿੱਚ ਆਵੇ। ਮਹਾਰਾਜ ਨੇ ਉਹ ਸ਼ਬਦ ਪੜ੍ਹਿਆ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਸਤਿਗੁਰੂ ਇਹ ਸ਼ਬਦ ਉੱਥੇ ਪੜ੍ਹਦੇ ਹਨ। ਤੇ ਜਿਵੇਂ ਜਿਵੇਂ, ਕਿਉਂਕਿ ਵੇਖੋ ਇੱਕ ਤਾਂ ਰੱਬੀ ਬਾਣੀ, ਅੱਜ ਕੀਰਤਨੀਏ ਕੀਰਤਨ ਕਰਦੇ ਨੇ, ਸਹਿਜ ਆਨੰਦ ਦੇ ਵਿੱਚ ਕੀਰਤਨ ਕਰਦੇ ਨੇ, ਸੰਗਤ ਝੂਮ ਉੱਠਦੀ ਹੈ, ਉਹ ਇੱਕ ਆਮ ਸਧਾਰਨ ਕੀਰਤਨੀਆ ਕੀਰਤਨ ਕਰ ਰਿਹਾ ਹੈ। ਤੇ ਜਿੱਥੇ ਇੱਕ ਪਾਸੇ ਹੋਵੇ ਰੱਬੀ ਬਾਣੀ, ਰਬਾਬ ਭਾਈ ਮਰਦਾਨਾ ਵਜਾਉਂਦੇ ਪਏ ਹੋਣ, ਗੁਰੂ ਨਾਨਕ ਸ਼ਬਦ ਕੀਰਤਨ ਕਰ ਰਹੇ ਹੋਣ, ਤੇ ਸੁਣਨ ਵਾਲੇ ਦੀ ਬਿਰਤੀ ਕਿਉਂ ਨਹੀਂ ਟਿਕ ਸਕਦੀ ਹੈ। ਬਲਕਿ ਪੁਰਾਤਨ ਜਨਮ ਸਾਖੀਆਂ 'ਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜੇ ਕਿਸੇ ਦਰਖਤ ਦੇ ਥੱਲੇ ਬਹਿ ਕੇ ਬਾਬਾ ਜੀ ਕੀਰਤਨ ਕਰਦੇ ਸਨ ਤੇ ਦਰਖਤਾਂ ਦੇ ਪੰਛੀ ਵੀ ਝੂਮ ਉੱਠਦੇ ਸਨ। ਉਹ ਕੀਰਤਨ ਦੀ ਇੱਕ ਕਸ਼ਿਸ਼, ਇੱਕ ਰਸ, ਇੱਕ ਆਨੰਦ। ਜਿਨ੍ਹਾਂ ਨੇ ਪੱਥਰ ਹੱਥਾਂ 'ਚ ਪੜੇ ਸਨ ਕਿ ਗੁਰੂ ਨਾਨਕ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ, ਜਿਵੇਂ ਜਿਵੇਂ ਗੁਰੂ ਨਾਨਕ ਜੀ ਸ਼ਬਦ ਦੀ ਗਹਿਰਾਈ 'ਚ ਗਏ ਹਨ, ਸਾਰਿਆਂ ਦੇ ਹੱਥਾਂ 'ਚੋਂ ਪੱਥਰ ਛੁੱਟ ਗਏ ਹਨ ਤੇ ਗੁਰੂ ਨਾਨਕ ਜੀ ਦੀ ਚਰਨ ਹਜ਼ੂਰੀ ਦੇ ਵਿੱਚ ਸਾਰੇ ਟਿਕ ਗਏ ਹਨ, ਮਨ ਟਿਕ ਗਿਆ। ਜਿਹੜੇ ਬੜੇ ਕ੍ਰੋਧ 'ਚ ਅੱਗ ਬਬੂਲੇ ਹੋ ਕੇ ਆਏ ਸਨ, ਜਿਹੜੇ ਹੰਕਾਰ ਤੇ ਈਰਖਾ ਦੇ ਨਾਲ ਭਰੇ ਹੋਏ ਆਏ ਸਨ, ਗੁਰੂ ਨਾਨਕ ਮਹਾਰਾਜ ਜੀ ਨੇ ਐਸੀ ਸ਼ਬਦ ਦੀ ਕਲਾ ਵਰਤਾਈ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਸੁਣ ਸਮਾਨ ਹੋਆ ਜਹਾਨਾ, ਇੱਕਦਮ ਇਕਾਗਰਤਾ ਬਣ ਗਈ, ਰਸ ਬਣ ਗਿਆ, ਟਿਕਾ ਬਣ ਗਿਆ। ਹੁਣ ਸਾਰੇ ਉਹ ਕੀਰਤਨ ਦਾ ਆਨੰਦ ਲੈਂਦੇ ਪਏ ਨੇ। ਇਹ ਕੀਰਤਨ ਦੀ ਵਡਿਆਈ ਹੈ, ਬਿਰਤੀ ਨੂੰ ਟਿਕਾ ਮਿਲਦਾ ਹੈ ਕੀਰਤਨ ਦੇ ਸਹਾਰੇ, ਬਿਰਤੀ ਨੂੰ
ਚੜ੍ਹਾ ਮਿਲਦਾ ਹੈ, ਸੁਰਤ ਉੱਪਰ ਉੱਠਦੀ ਹੈ ਕੀਰਤਨ ਦੇ ਸਹਾਰੇ। ਮਹਾਰਾਜ ਕਹਿੰਦੇ ਇਹ ਆਨੰਦ ਦਾ ਇੱਕ ਰਸਤਾ ਹੈ ਕੀਰਤਨ। ਜੇ ਆਨੰਦ ਅਵਸਥਾ ਤੱਕ ਪਹੁੰਚਣਾ ਹੈ ਫਿਰ ਕੀਰਤਨ ਭਗਤੀ 'ਚ ਜੁੜੋ। ਕੀਰਤਨ ਨਿਰਮੁੱਲਕ ਹੀਰਾ, ਆਨੰਦ ਗੁਣੀ ਗਹੀਰਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਆਨੰਦ ਸਾਹਿਬ ਦੀ 31 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਅੱਜ ਦੀ ਇਸ ਪੌੜੀ ਅੰਦਰ ਸਤਿਗੁਰੂ ਬਚਨ ਕਰਦੇ ਹਨ ਕਿ ਹਰ ਰਾਸ ਮੇਰੀ ਮਨ ਵਣਜਾਰਾ। ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਰਾਸ ਦਾ ਮਤਲਬ ਹੈ ਉਹ ਵਸਤੂ ਜਿਹਦਾ ਸੌਦਾ ਕੀਤਾ ਜਾਣਾ ਹੈ, ਖਰੀਦਣਾ ਹੈ ਜਾਂ ਵੇਚਣਾ ਹੈ। ਤੇ ਵਣਜਾਰੇ ਦਾ ਮਤਲਬ ਹੈ ਵਸਤੂ ਨੂੰ ਖਰੀਦਣ ਵਾਲਾ ਜਾਂ ਵੇਚਣ ਵਾਲਾ ਵਿਅਕਤੀ। ਮਹਾਰਾਜ ਕਹਿੰਦੇ ਸਾਡੀ ਪੂੰਜੀ ਹੈ ਪਰਮਾਤਮਾ, ਪਰਮਾਤਮਾ ਦਾ ਨਾਮ, ਤੇ ਉਸ ਪੂੰਜੀ ਦਾ ਵਪਾਰੀ ਹੈ ਇਹ ਮਨ। ਇਹ ਵੇਖੋ ਅਧਿਆਤਮਕ ਪੱਧਰ ਦੀ ਇਹ ਵਿਚਾਰ ਹੈ। ਬਾਹਰੀ ਤੌਰ ਤੇ ਅਸੀਂ ਸਰੀਰ ਦੇ ਨਾਲ ਵੀ ਵਪਾਰ ਕਰਦੇ ਹਾਂ। ਜਿੱਥੇ ਸਰੀਰ ਵਪਾਰੀ ਹੁੰਦਾ ਹੈ, ਬਾਹਰ ਦੇ ਮਾਇਆ ਟੱਕੇ ਧਨ ਵਸਤੂਆਂ ਇਹ ਰਾਸ ਪੂੰਜੀ ਹੁੰਦੀ ਹੈ। ਪੈਸੇ ਦੇ ਕੇ ਵਸਤੂਆਂ ਖਰੀਦੀਆਂ ਜਾਂਦੀਆਂ ਨੇ, ਪੈਸੇ ਲੈ ਕੇ ਲੋਕ ਵਸਤੂਆਂ ਵੇਚਦੇ ਨੇ। ਇਹ ਬਾਹਰ ਦੇ ਵਪਾਰ ਦੀ ਖੇਡ। ਪਰ ਇੱਥੇ ਮਹਾਰਾਜ ਅਧਿਆਤਮਕ ਪੱਧਰ ਦੀ ਗੱਲ ਕਰ ਰਹੇ ਨੇ। ਆਨੰਦ ਅਵਸਥਾ ਤੱਕ ਪਹੁੰਚਣ ਦੇ ਲਈ ਜਿਹੜੀ ਪੂੰਜੀ ਦੀ ਜ਼ਰੂਰਤ ਹੈ, ਸਤਿਗੁਰੂ ਉਸ ਪੂੰਜੀ ਦੀ ਗੱਲ ਕਰ ਰਹੇ ਨੇ। ਅਸੀਂ ਸਾਰੇ ਹੀ ਇੱਕ ਰੂਪ ਦੇ ਵਿੱਚ ਵਪਾਰੀ ਹਾਂ, ਜਿੰਨੇ ਵੀ ਸੰਸਾਰ ਅੰਦਰ ਜੀਵ ਹਾਂ। ਵਪਾਰ ਕਰਨ ਦੇ ਲਈ ਅਸੀਂ ਆਏ ਹਾਂ। ਵਾਹਿਗੁਰੂ ਜੀ ਨੇ ਸਾਨੂੰ ਸਵਾਸਾਂ ਰੂਪੀ ਪੂੰਜੀ ਬਖਸ਼ ਕੇ ਭੇਜਿਆ ਹੈ, ਔਰ ਇਹਦੇ ਬਦਲੇ ਅਸੀਂ ਨਾਮ ਵਖਰ ਨੂੰ ਖਰੀਦਣਾ ਹੈ, ਨਾਮ ਧਨ ਨੂੰ ਖਰੀਦਣਾ। ਔਰ ਬਾਣੀ 'ਚ ਬੜੀ ਵਾਰ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ, ਸਮਝਾਇਆ ਹੈ ਕਿ ਠੀਕ ਹੈ ਤੂੰ ਸੰਸਾਰ 'ਚ ਰਹਿੰਦਾ ਹੈ, ਸੰਸਾਰੀ ਜੀਵਨ ਦੇ ਲਈ ਪਦਾਰਥਾਂ ਦੇ ਕਾਰ ਵਿਹਾਰ ਵਪਾਰ ਕਰਦਾ ਹੈ, ਪਰ ਗੁਰੂ ਕਹਿੰਦੇ ਨਾਲ ਦੀ ਨਾਲ ਉਸ ਵਖਰ ਨੂੰ ਵੀ ਚੇਤੇ ਰੱਖ ਜਿਹੜਾ ਵਖਰ ਲੈਣ ਦੇ ਲਈ ਤੂੰ ਸੰਸਾਰ ਅੰਦਰ ਆਇਆ ਹੈ, ਜਿਹੜਾ ਵਪਾਰ ਕਰਨ ਦੇ ਲਈ ਤੂੰ ਇੱਥੇ ਪਹੁੰਚਿਆ। ਵਣਜ ਕਰੋ ਵਣਜਾਰੇ ਹੋ, ਵਖਰ ਲੈਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਉਸ ਵਸਤੂ ਦਾ ਵਪਾਰ ਕਰ ਜਿਹੜੀ ਵਸਤੂ ਤੇਰੇ ਨਾਲ ਨਿਭਣ ਵਾਲੀ ਹੈ। ਔਰ ਨਾਲ ਨਿਭਣ ਵਾਲਾ ਕੀ ਹੈ, ਇਹਦੇ ਬਾਰੇ ਵੀ ਬਾਣੀ ਚੋਂ ਹੀ ਸਾਨੂੰ ਸਮਝ ਮਿਲਦੀ ਹੈ। ਕਿਉਂਕਿ ਜਿੰਨੇ ਵੀ ਸਾਡੇ ਮਨ ਦੇ ਸ਼ੰਕੇ ਨੇ, ਸਵਾਲ ਹਨ, ਉਹਨਾਂ ਦਾ ਸਮਾਧਾਨ ਸਾਨੂੰ ਬਾਣੀ ਚੋਂ ਮਿਲਦਾ ਹੈ। ਗੁਰੂ ਸਾਡੀ ਹਰ ਪੱਖ ਤੋਂ ਅਗਵਾਈ ਕਰਦੇ ਹਨ। ਮਹਾਰਾਜ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਜਿਹੜਾ ਵਪਾਰ ਕਰਨ ਦੇ ਲਈ ਤੂੰ ਸੰਸਾਰ ਅੰਦਰ ਆਇਆ, ਜਿਹੜੀ ਵਸਤੂ ਵਿਹਾਜਣ ਦੇ ਲਈ ਤੂੰ ਸੰਸਾਰ ਅੰਦਰ ਆਇਆ, ਇਥੋਂ ਸੰਗਤ 'ਚ ਜੁੜ ਕੇ, ਗੁਰੂ ਕੀ ਹਜ਼ੂਰੀ 'ਚ ਜੁੜ ਕੇ, ਗੁਰੂ ਕੋਲ ਆ ਕੇ ਉਹ ਵਖਰ ਦੀ ਦਾਤ ਤੈਨੂੰ ਪ੍ਰਾਪਤ ਹੋਣੀ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ। ਹੋਰ ਬਾਹਰੋਂ ਕਿਤਿਓਂ ਨਾਮ ਦੀ ਦਾਤ ਖਰੀਦੀ ਨਹੀਂ ਜਾ ਸਕਦੀ। ਇਸੇ ਕਰਕੇ ਤੇ ਆਪਾਂ ਰੋਜ਼ ਗੁਰੂ ਅੱਗੇ ਅਰਦਾਸ ਕਰਕੇ ਕਹਿੰਦੇ ਹਾਂ, ਦਾਤਾ ਜੀ ਮਿਹਰ ਕਰੋ ਸਾਡੀ ਝੋਲੀ 'ਚ ਦਾਨਾ ਸਿਰ ਦਾਨ ਨਾਮ ਦਾਨ ਪਾਵੋ। ਉਹਨਾਂ ਗੁਰਮੁਖਾਂ ਦਾ ਸੰਗ ਸਾਨੂੰ ਬਖਸ਼ੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਜੂਰ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲਿਹੋ ਮਨ ਮੋਲ, RAM ਨਾਮ ਹਿਰਦੈ ਮੈਂ ਤੋਲ। ਹੁਣ ਉਹ ਵਖਰ ਮਿਲਦਾ ਕਿੱਦਾਂ ਹੈ? ਹੰਕਾਰ ਛੱਡਣਾ ਪੈਂਦਾ ਹੈ, ਹੰਕਾਰ ਤਿਆਗਣਾ ਪੈਂਦਾ ਹੈ। ਫਿਰ ਨਾਮ ਦੀ ਦਾਤ ਹਿਰਦੇ 'ਚ ਵਰਤਦੀ ਹੈ, ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਇਹ ਹਿਰਦੇ ਰੂਪੀ ਭਾਂਡੇ ਨੂੰ ਖਾਲੀ ਕਰਨਾ ਪੈਂਦਾ ਹੈ ਨਾਮ ਵਖਰ ਦੇ ਲਈ। ਵੈਸੇ ਵੀ ਮਹਾਰਾਜ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਭਾਂਡੇ 'ਚ ਤਾਂ ਹੀ ਕੋਈ ਹੋਰ ਵਸਤੂ ਪੈ ਸਕਦੀ ਹੈ ਜੇ ਪਹਿਲਾਂ ਪਈ ਹੋਈ ਵਸਤੂ ਨੂੰ ਪਾਸੇ ਕੀਤਾ ਜਾਏ, ਭਾਵ ਬਰਤਨ ਨੂੰ ਖਾਲੀ ਕਰਾਂਗੇ।
ਜੇ ਬਰਤਨ ਪਾਣੀ ਦੇ ਨਾਲ ਭਰਿਆ ਹੈ, ਦੁੱਧ ਪਾਉਣਾ ਹੈ ਤੇ ਪਾਣੀ ਕੱਢਣਾ ਪਵੇਗਾ, ਫਿਰ ਉਸ ਭਾਂਡੇ 'ਚ ਦੁੱਧ ਪਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਹਿਰਦੇ ਰੂਪੀ ਭਾਂਡੇ 'ਚ ਤੂੰ ਨਾਮ ਦੀ ਦਾਤ ਪਾਉਣੀ ਹੈ ਤੇ ਜਿਹੜਾ ਅੰਦਰ ਹੰਕਾਰ ਭਰਿਆ ਪਿਆ ਹੈ ਇਹਨੂੰ ਪਹਿਲਾਂ ਬਾਹਰ ਕੱਢਣਾ ਪਵੇਗਾ। ਫਿਰ ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਮਹਾਰਾਜ ਕਹਿੰਦੇ ਗੁਰੂ ਕੋਲ ਆ ਕੇ ਉਹ ਹਿਰਦੇ ਰੂਪੀ ਭਾਂਡੇ ਅੰਦਰ ਨਾਮ ਦੀ ਵਖਰ, ਨਾਮ ਦੀ ਵਸਤੂ ਪਾ ਕੇ ਚੱਲ, ਬਾਕੀ ਹੋਰ ਵਿਖਿਆ ਜੰਜਾਲ ਛੱਡ। ਜਦੋਂ ਨਾਮ ਵਖਰ ਤੇਰੇ ਪੱਲੇ ਹੋਏਗਾ ਨਾ, ਫਿਰ ਧਨ ਧਨ ਕਹੈ ਸਭ ਕੁਝ, ਸਾਰੇ ਤੈਨੂੰ ਧਨ ਧਨ ਕਹਿ ਕੇ ਸਲਾਉਣਗੇ। ਮੁਖ ਉਜਲ ਹਰ ਦਰਗਾਹ ਸੋ, ਇੱਥੇ ਤੇ ਸਲਾਇਆ ਜਾਏਗਾ, ਨਾਮ ਵਖਰ ਪੱਲੇ ਹੈ। ਗੱਲ ਇੱਥੇ ਹੀ ਨਹੀਂ ਹੈ। ਮਹਾਰਾਜ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ। ਉਹ ਰੱਬੀ ਦਰਗਾਹ 'ਚ ਵੀ ਸੱਚੇ ਤੇ ਖਰੇ ਸਮਝ ਕੇ ਕਬੂਲ ਕਰ ਲਏ ਜਾਂਦੇ, ਪ੍ਰਵਾਨ ਕਰ ਲਏ ਜਾਂਦੇ ਨੇ, ਜਿਨ੍ਹਾਂ ਦੇ ਕੋਲ ਸੱਚ ਵਖਰ ਨਾਮ ਰੂਪੀ ਵਖਰ ਹੈ। ਪਰ ਗੱਲ ਇਹ ਹੈ ਕਿ ਇਹ ਵਪਾਰ ਵਿਰਲਾ ਵਪਾਰ ਹੈ। ਬਾਕੀ ਤਾਂ ਸਾਰੇ ਵਪਾਰ ਲੋਕ ਕਰਦੇ ਨੇ, ਹਰ ਤਰ੍ਹਾਂ ਦੀਆਂ ਵਸਤੂਆਂ ਵਿਹਾਜਣ 'ਚ ਵਪਾਰੀ ਲੋਕ ਲੱਗੇ ਹੋਏ ਨੇ। ਕੋਈ ਖਰੀਦ ਰਿਹਾ ਹੈ, ਕੋਈ ਵੇਚ ਰਿਹਾ ਹੈ। ਮਾਰਕੀਟਾਂ 'ਚ ਕਿਵੇਂ ਆਪਾਂ ਵੇਖਦੇ ਹਾਂ, ਰਸ਼ ਹੀ ਰਸ਼ ਹੈ। ਪਰ ਗੱਲ ਇੱਥੇ ਹੈ, ਸੰਗਤ ਦੇ ਵਿੱਚ ਆਉਣ ਵਾਲੇ ਨਾਮ ਵਖਰ ਨੂੰ ਵਿਹਾਜਣ ਵਾਲੇ ਵਿਰਲੇ ਹੁੰਦੇ ਨੇ। ਈਵਨ ਇੱਥੇ ਆ ਕੇ ਵੀ ਬਹੁਤ ਘੱਟ ਹੁੰਦੇ ਹਨ ਜਿਹੜੇ ਵਿਹਾਜ ਕੇ ਕੁਝ ਜਾਂਦੇ। ਜਿਵੇਂ ਮਾਰਕੀਟਾਂ 'ਚ ਵੀ ਕਈ ਲੋਕ ਬਸ ਇੱਦਾਂ ਹੀ ਜਾਂਦੇ, ਖਰੀਦਣ ਖਰੂਦਣ, ਕੁਝ ਨਹੀਂ ਜਾਂਦੇ। ਇੱਦਾਂ ਹੀ ਕਿੰਨੇ ਲੋਕ ਹੁੰਦੇ ਨੇ ਜਿਹੜੇ ਸੰਗਤ 'ਚ ਆਏ ਜ਼ਰੂਰ, ਪਰ ਕੁਝ ਪੱਲੇ ਨਾ ਪਵਾ ਕੇ ਗਏ, ਝੋਲੀ 'ਚ ਕੁਝ ਨਾ ਪਵਾਇਆ, ਆਏ ਤੇ ਚਲੇ ਗਏ, ਜਿੱਦਾਂ ਆਏ ਉੱਦਾਂ ਚਲੇ ਗਏ। ਮਹਾਰਾਜ ਕਹਿੰਦੇ ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰ ਹੈ। ਉਹਦੇ ਤੋਂ ਸੈਂਕੜੇ ਵਾਰ ਅਸੀਂ ਬਲਿਹਾਰ ਜਾਂਦੇ ਹਾਂ, ਜਿਨੇ ਨਾਮ ਰੂਪੀ ਵਖਰ ਨੂੰ ਵਿਹਾਜਿਆ, ਨਾਮ ਰੂਪੀ ਵਸਤੂ ਨੂੰ ਖਰੀਦਿਆ, ਹਿਰਦੇ ਅੰਦਰ ਨਾਮ ਰੂਪੀ ਵਖਰ ਨੂੰ ਪਾਇਆ। ਪਾਤਸ਼ਾਹ ਕਹਿੰਦੇ ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਖੇਪ ਤੁਮਾਰੀ। ਤੇ ਉਹ ਸੱਚ ਵਪਾਰ ਕਰਨ ਦੇ ਲਈ ਮਹਾਰਾਜ ਕਹਿੰਦੇ ਇਹ ਚੀਜ਼ ਸਮਝਣੀ ਪਵੇਗੀ ਕਿ ਹਰ ਕੀਰਤ ਹਮਰੀ ਰਹਿ ਰਾਸ। ਵਾਹਿਗੁਰੂ ਦੀ ਕੀਰਤੀ ਹੈ ਜਿਹੜੀ ਸਾਡੇ ਜੀਵਨ ਦੇ ਲਈ ਅਸਲੀ ਪੂੰਜੀ ਹੈ। ਤੇ ਹਰ ਰਾਸ ਮੇਰੀ ਮਨ ਵਣਜਾਰਾ, ਉਹਦੇ ਲਈ ਵਾਹਿਗੁਰੂ, ਵਾਹਿਗੁਰੂ ਦੇ ਨਾਮ ਰੂਪੀ ਰਾਸ ਦੇ ਲਈ ਆਪਣੇ ਮਨ ਨੂੰ ਵਣਜਾਰਾ ਬਣਾਉਣਾ ਪਵੇਗਾ, ਵਪਾਰੀ ਬਣਾਉਣਾ ਪਵੇਗਾ। ਉਹ ਦਾਤ ਨੂੰ ਝੋਲੀ 'ਚ ਪਵਾਉਣ ਦੇ ਲਈ ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰੂ ਰਾਹੀਂ ਮਨੁੱਖ ਉਸ ਰਾਸ ਨੂੰ ਸਮਝ ਪਾਉਂਦਾ ਹੈ, ਗੁਰੂ ਰਾਹੀਂ ਉਸ ਵਖਰ ਨੂੰ। ਈਵਨ ਗੁਰੂ ਕੋਲ ਜਦੋਂ ਆਪਾਂ ਆ ਕੇ ਸਮਰਪਿਤ ਹੋ ਜਾਵਾਂਗੇ ਨਾ, ਤੇ ਫਿਰ ਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਝੋਲੀ 'ਚ ਹੀ ਪਾ ਦਿੰਦੇ ਨੇ। ਜਿਹਨੂੰ ਬਾਣੀ ਨੇ ਕਿਹਾ ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ, ਅੰਦਰ ਨਾਮ ਵਖਰ ਵਰਤ ਗਿਆ। ਮੇਰਾ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੈ ਹਰ ਨਾਮ ਦਿਰੜਾਇਆ, ਬਿਨ ਨਾਮੈ ਜੀਵਨ ਬਿਰਥ। ਪਾਤਸ਼ਾਹ ਅੱਗੇ ਫਰਮਾਨ ਕਰਦੇ ਹਰ ਹਰ ਨਿਤ ਜਪਿਓ ਜੀਓ, ਲਾਹ ਖੱਟਿਓ ਦਿਹਾੜੀ। ਮਹਾਰਾਜ ਕਹਿੰਦੇ ਨਿਤਾ ਪ੍ਰਤੀ ਹਰ ਵਕਤ ਹਰ ਹਰ ਜਪੋ, ਪਰਮੇਸ਼ਰ ਦਾ ਨਾਮ ਜਪੋ, ਤੇ ਜਪਣਾ ਹੈ ਮਨ ਕਰਕੇ। ਪਾਤਸ਼ਾਹ ਨੇ ਪਹਿਲਾਂ ਹੀ ਗੱਲ ਕੀਤੀ ਮਨ ਵਣਜਾਰਾ। ਇਹ ਨਹੀਂ ਕਿ ਬਸ ਧਿਆਨ ਕਿਸੇ ਹੋਰ ਪਾਸੇ ਤੇ ਜ਼ਬਾਨ ਤੋਂ ਵਿਖਾਵਾ ਕਰੀ ਜਾਵੋ, ਉਹ ਨਹੀਂ। ਇੱਕ ਮਨ ਇੱਕ ਚਿੱਤ ਹੋ ਕੇ ਹਰ ਹਰ ਨਿਤ ਜਪਿਓ ਜੀਓ। ਨਿਤਾ ਪ੍ਰਤੀ ਮਾਲਕ ਨੂੰ ਜਪਣਾ ਹੈ। ਇਹੀ ਹੈ ਲਾਹਾ ਖੱਟਿਓ ਦਿਹਾੜੀ, ਜ਼ਿੰਦਗੀ ਦਾ ਅਸਲੀ ਲਾਹਾ ਇਹੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ। ਬਾਕੀ ਤਾਂ ਜੋ ਬੰਦਾ ਵਿਹਾਜਦਾ ਹੈ ਸਾਥ ਨਾ ਚਾਲੈ,
ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਗੁਰੂ ਕਹਿੰਦੇ ਇਹ ਹੈ ਅਸਲੀ ਸ੍ਰੇਸ਼ਟ ਧਨ, ਜਿਹੜਾ ਨਾਲ ਲੋਕ ਤੇ ਪਰਲੋਕ ਦੋਹਾਂ ਜਗ੍ਹਾ ਤੇ ਨਾਲ ਨਿਭਣ ਵਾਲਾ ਹੈ। ਲਾਹਾ ਖੱਟਿਓ ਦਿਹਾੜੀ, ਇਹ ਜੀਵਨ 'ਚ ਲਾਹਾ ਖੱਟੋ। ਤੇ ਇਹ ਧਨ ਹੁਣ ਮਿਲਦਾ ਕਿਹਨੂੰ ਹੈ? ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਧਨ ਤਿੰਨਾ ਮਿਲਿਆ, ਜਿਨ ਹਰ ਆਪੇ ਭਾਣਾ। ਜ਼ਬਰਦਸਤੀ ਨਾਮ ਦੀ ਦਾਤ ਹਾਸਲ ਨਹੀਂ ਕੀਤੀ ਜਾ ਸਕਦੀ। ਔਰ ਪਿੱਛੇ ਵੀ ਸਤਿਗੁਰੂ ਨੇ ਕਿਹਾ ਕਿ ਮੁੱਲ ਨਾ ਪਾਇਆ ਜਾਏ, ਕਿਸੈ ਵਿਟੋ ਰਹੇ ਲੋਕ ਵੇਲਾ। ਇਹ ਪੈਸੇ ਦੇ ਨਾਲ ਖਰੀਦਿਆ ਜਾਣ ਵਾਲਾ ਸੌਦਾ ਨਹੀਂ ਹੈ, ਪੈਸੇ ਦੇ ਨਾਲ ਖਰੀਦਿਆ ਜਾਣ ਵਾਲਾ ਸੌਦਾ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹਜ਼ੂਰੀ 'ਚ ਇੱਕ ਸੁਦਾਗਰ ਆਇਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ। ਉਹ ਕਹਿਣ ਲੱਗਾ, ਮਹਾਰਾਜ ਮੇਰਾ ਕਾਰੋਬਾਰ ਬੜਾ ਚੱਲਦਾ ਹੈ, ਧਨ ਵਸਤੂਆਂ ਪਦਾਰਥ ਬਹੁਤ ਨੇ, ਪਰ ਜ਼ਿੰਦਗੀ 'ਚ ਬੇਚੈਨੀ ਹੈ, ਚੈਨ ਨਹੀਂ ਹੈ, ਸੁੱਖ ਨਹੀਂ ਹੈ। ਦਿਨੇ ਵੀ ਚਿੰਤਾਵਾਂ ਲੱਗੀਆਂ ਰਹਿੰਦੀਆਂ ਨੇ, ਰਾਤੀ ਵੀ ਇਸੇ ਤਰ੍ਹਾਂ ਹੈ। ਨਾ ਦਿਨੇ ਜੀ ਪਾਉਂਦਾ ਹਾਂ ਚੈਨ ਸੁੱਖ ਦੇ ਨਾਲ, ਨਾ ਰਾਤੀ ਸੁੱਖ ਦੀ ਨੀਂਦਰ ਲੈ ਪਾਉਂਦਾ ਹਾਂ। ਕਿਰਪਾ ਕਰੋ ਜੀਵਨ 'ਚ ਸੁੱਖ ਵਰਤਾ ਦੇਵੋ। ਕਿਵੇਂ ਜੀਵਨ 'ਚ ਸੁੱਖ ਆ ਸਕਦਾ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਠੀਕ ਹੈ ਤੇਰੇ ਕੋਲ ਮਾਇਆ ਧਨ ਵਸਤੂਆਂ ਹੋਣਗੀਆਂ, ਪਰ ਜੇ ਸੁੱਖ ਲੈਣਾ ਹੈ ਨਾ, ਸੁੱਖ ਦੇ ਲਈ ਤੇ ਫਿਰ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਪਏਗਾ, ਇਬਾਦਤ ਦੇ ਨਾਲ ਜੁੜਨਾ ਪਏਗਾ। ਕਿਉਂਕਿ ਬਾਣੀ 'ਚ ਕਿੰਨੀ ਜਗ੍ਹਾ ਤੇ ਇਹ ਚੀਜ਼ਾਂ ਗੁਰੂ ਨੇ ਸਮਝਾਈਆਂ ਨੇ ਕਿ ਜ਼ਰੂਰੀ, ਇਹ ਗਰੰਟੀ ਨਹੀਂ ਹੈ ਕਿ ਜਿਹਦੇ ਕੋਲ ਧਨ ਹੈ ਉਹਦੇ ਕੋਲ ਸੁੱਖ ਵੀ ਹੋਏ, ਤੇ ਜਿਹਦੇ ਕੋਲ ਧਨ ਨਹੀਂ ਹੈ ਉਹਦੇ ਕੋਲ ਦੁੱਖ ਹੀ ਹੋਣ। ਇਹ ਕੋਈ ਜ਼ਰੂਰੀ ਨਹੀਂ ਹੈ। ਵੱਡੇ ਵੱਡੇ ਜੋ ਦਿਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋ, ਪਰ ਜਿਹੜਾ ਪਰਮਾਤਮਾ ਦੀ ਭਗਤੀ 'ਚ ਜੁੜਿਆ ਹੋਇਆ ਹੈ ਉਹ ਸੁਖੀ ਹੈ, ਕਿਉਂਕਿ ਹਰ ਕੋ ਨਾਮ ਸਦਾ ਸੁਖਦਾਈ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਜੇ ਸੁੱਖ ਆਨੰਦ ਚੈਨ ਟਿਕਾ ਚਾਹੁੰਦਾ ਹੈ, ਫਿਰ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜ, ਇਬਾਦਤ ਦੇ ਨਾਲ ਜੁੜ, ਭਗਤੀ ਦੇ ਨਾਲ ਜੁੜ। ਕਹਿਣ ਲੱਗਾ, ਜੀ ਫਿਰ ਭਗਤੀ ਦੇ ਦੇਵੋ ਮੈਨੂੰ, ਪੈਸੇ ਮੈਂ ਦੇ ਦੇਵਾਂਗਾ, ਧਨ ਮੈਂ ਦੇ ਦੇਵਾਂਗਾ, ਕਿਉਂਕਿ ਧਨ ਬਹੁਤ ਹੈ ਮੇਰੇ ਕੋਲ। ਤੇ ਗੁਰੂ ਬਾਬਾ ਜੀ ਕਹਿਣ ਲੱਗੇ, ਇਹ ਸੌਦਾ ਕੋਈ ਪੈਸੇ ਦੇ ਨਾਲ ਖਰੀਦਿਆ ਜਾਣ ਵਾਲਾ ਨਹੀਂ ਹੈ। ਇਹ ਤਾਂ ਉਸ ਮਾਲਕ ਨੂੰ ਆਪਣਾ ਆਪ ਸਮਰਪਿਤ ਕਰਨਾ ਪਵੇਗਾ। ਪਹਿਲਾਂ ਇਹ ਸਮਝਣਾ ਪਵੇਗਾ ਸੁੱਖ ਮਿਲਦਾ ਕਿੱਥੋਂ ਹੈ। ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਗੁਰੂ ਕਹਿਣ ਲੱਗੇ, ਜੇ ਸਾਰੀ ਜ਼ਿੰਦਗੀ ਮਾਇਆ ਦੀ ਸ਼ਰਨ 'ਚ ਹੀ ਜੁੜਿਆ ਰਹੇਗਾ ਨਾ, ਤੇ ਮਾਇਆ ਚਿੰਤਾਵਾਂ ਵਧਾ ਸਕਦੀ ਹੈ, ਮਾਇਆ ਸੁੱਖ ਦੇਣ ਵਾਲੀ ਨਹੀਂ ਹੈ। ਮਾਇਆ ਦੇ ਨਾਲ ਜੁੜ ਕੇ ਤੇ ਤ੍ਰਿਸ਼ਨਾ ਵੱਧਦੀ ਹੈ, ਤੇ ਜੇ ਤ੍ਰਿਸ਼ਨਾ ਵੱਧ ਗਈ ਤੇ ਸਮਝੋ ਜੀਵਨ ਬੇਚੈਨ ਹੈ। ਭੁੱਖਾ ਬੰਦਾ ਕਦੇ ਆਨੰਦ ਥੋੜਾ ਮਾਣ ਪਾਉਂਦਾ, ਸੁੱਖ ਥੋੜਾ ਮਾਣ ਪਾਉਂਦਾ ਹੈ। ਉਹ ਭਾਵੇਂ ਮਨ ਦੀ ਭੁੱਖ ਹੋਵੇ, ਭਾਵੇਂ ਤਨ ਦੀ ਭੁੱਖ ਹੋਵੇ, ਭੁੱਖ ਬੰਦੇ ਨੂੰ ਬੇਚੈਨ ਕਰਦੀ ਹੈ। ਗੁਰੂ ਨੇ ਭੁੱਖ ਨੂੰ ਇੱਕ ਦੁੱਖ ਕਿਹਾ ਹੈ। ਸੋ ਮਹਾਰਾਜ ਕਹਿਣ ਲੱਗੇ, ਪਹਿਲਾਂ ਤੇ ਇਹ ਸਮਝ ਕਿ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਪਰਮਾਤਮਾ ਦੀ ਸ਼ਰਨ 'ਚ, ਨਿਰੰਕਾਰ ਦੀ ਸ਼ਰਨ 'ਚ ਜੁੜ। ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਜੀਵਨ ਬੜਾ ਕੀਮਤੀ ਹੈ, ਤੇ ਉਹ ਸੁਖੀਆ ਆਨੰਦ ਭਰਪੂਰ ਤਾਂ ਹੀ ਹੋ ਸਕਦਾ ਹੈ ਜੇ ਕਰਤੇ ਦੀ ਇਬਾਦਤ 'ਚ ਜੁੜੋਗੇ, ਉਹਦੇ ਤੋਂ ਬਿਨਾਂ ਨਹੀਂ। ਹੁਣ ਇਹ ਜਿਹੜੀ ਇਬਾਦਤ ਦੀ ਦਾਤ ਹੈ, ਇਹ ਪੈਸੇ ਦੇ ਨਾਲ ਖਰੀਦੀ ਨਹੀਂ ਜਾ ਸਕਦੀ, ਇਹ ਦਾਤੇ ਦੀ ਦਾਤ ਹੈ। ਜਦੋਂ ਆਪਾਂ ਆਪਣਾ ਆਪ ਗੁਰੂ ਨੂੰ ਸਮਰਪਿਤ ਕਰਾਂਗੇ, ਮਾਲਕ ਨੂੰ ਸਮਰਪਿਤ ਕਰਾਂਗੇ, ਤੇ ਮਾਲਕ ਸਾਨੂੰ ਆਪਣੇ ਦਰ ਤੇ ਕਬੂਲ ਕਰ ਲਵੇ, ਸਾਡੀ ਇਬਾਦਤ ਮਾਲਕ ਦੇ ਦਰ ਤੇ ਪ੍ਰਵਾਨ ਪੈ ਜਾਵੇ। ਜਿੱਦਣ ਉਹਦੇ ਦਰ ਤੇ ਪ੍ਰਵਾਨ ਪੈ ਗਈ, ਉਦਣ ਜੀਵਨ 'ਚ ਭਗਤੀ ਵੀ ਹੈ, ਸੁੱਖ ਵੀ ਹੈ, ਆਨੰਦ ਵੀ ਹੈ, ਖੇੜਾ ਵੀ ਹੈ, ਨਾਮ ਵੀ ਹੈ। ਉਹਦੇ ਤੋਂ ਬਿਨਾਂ ਨਹੀਂ, ਜ਼ਬਰਦਸਤੀ ਨਹੀਂ। ਨਾ ਮਾਇਆ ਦੇ ਨਾਲ ਖਰੀਦਿਆ ਜਾ ਸਕਦਾ, ਨਾ ਧੱਕੇ ਜੋਰੀ ਦੇ ਨਾਲ ਖੋਇਆ ਜਾ ਸਕਦਾ ਹੈ। ਇੱਕ ਜਗ੍ਹਾ ਮਹਾਰਾਜ ਕਹਿੰਦੇ, ਮੋਹੇ ਪਰਦੇਸਣ ਦੂਰ ਤੇ ਆਈ। ਹੇ ਮੇਰੇ ਮਾਲਕ ਜੀ, ਬੜੀ ਦੂਰੋਂ ਚੱਲ ਕੇ ਆਏ ਹਾਂ, ਅੰਦਰ ਕਿਹੜੀ ਤਾਂਘ ਹੈ,
ਤੁਹਾਡੇ ਮਿਲਾਪ ਦੀ ਤਾਂਗ, ਤੁਹਾਡੇ ਦਰਸ਼ਨਾਂ ਦੀ ਤਾਂਗ ਹੈ। ਪਰ ਰੂਪਹੀਣ ਬੁੱਧ ਬਲਹੀਣੀ ਮੋਹੇ ਪਰਦੇਸਣ ਦੂਰ ਤੇ ਆਈ, ਕਵਣ ਗੁਣ ਪ੍ਰਾਣਪਤ ਮਿਲੋ ਮੇਰੀ ਮਾਈ। ਇਹ ਮੇਰੇ ਦਾਤਾ ਕਿਹੜਾ ਗੁਣ ਧਾਰਨ ਕਰਾਂ ਤੁਹਾਡਾ ਮਿਲਾਪ ਹੋ ਜਾਏ। ਨਾ ਮੇਰੇ ਕੋਲ ਰੂਪ ਹੈ, ਨਾ ਮੇਰੇ ਕੋਲ ਬੁੱਧ ਹੈ, ਨਾ ਮੇਰੇ ਕੋਲ ਬਲ ਹੈ ਕਿ ਮੈਂ ਆਪਣੀ ਸੁੰਦਰਤਾ ਦੇ ਸਹਾਰੇ ਤੁਹਾਨੂੰ ਮੋਹਿਤ ਕਰ ਲਵਾਂ। ਇੱਦਾਂ ਦੀ ਕੋਈ ਸੁੰਦਰਤਾ ਵੀ ਨਹੀਂ ਹੈ, ਇੱਦਾਂ ਦੀ ਕੋਈ ਚਲਾਕੀ ਅਕਲ ਵੀ ਨਹੀਂ ਹੈ ਕਿ ਅਕਲ ਦੇ ਸਹਾਰੇ ਪਾ ਲਵਾਂ। ਇੱਦਾਂ ਦਾ ਕੋਈ ਬਲ ਵੀ ਤੁਹਾਡੇ ਤੇ ਨਹੀਂ ਚੱਲਦਾ ਹੈ ਕਿ ਧਨ ਦੇ ਬਲ ਤੇ, ਤਨ ਦੀ ਤਾਕਤ ਦੇ ਬਲ ਤੇ, ਕੋਈ ਹੋਰ ਬਲ ਤੇ ਮੈਂ ਤੁਹਾਨੂੰ ਹਾਸਲ ਕਰ ਲਵਾਂ, ਕੁਝ ਵੀ ਨਹੀਂ ਹੈ। ਤੇ ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ 'ਚ ਜੁੜਨਾ ਪੈਂਦਾ ਹੈ, ਆਪਣਾ ਆਪ ਗੁਰੂ ਨੂੰ ਮਾਲਕ ਨੂੰ ਭੇਟ ਕਰਨਾ ਪੈਂਦਾ ਹੈ। ਗੱਲ ਫਿਰ ਬਣਦੀ ਹੈ ਬਾਹਰ ਦੇ ਤਾਣ ਦੇ ਨਾਲ ਮਾਲਕ ਦੀ ਬਖਸ਼ਿਸ਼ ਰਹਿਮਤ ਖੁਸ਼ੀ ਨਦਰ ਪ੍ਰਾਪਤ ਨਹੀਂ ਹੋ ਸਕਦੀ। ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਜਿਹੜੇ ਮਾਲਕ ਨੂੰ ਭਾ ਜਾਂਦੇ ਨੇ ਮਾਲਕ ਜੀ ਰਹਿਮਤ ਕਰਕੇ ਉਹਨਾਂ ਦੀ ਝੋਲੀ 'ਚ ਨਾਮ ਦੀ ਦਾਤ, ਇਬਾਦਤ ਦੀ, ਸਿਮਰਨ ਦੀ ਦਾਤ ਪਾਉਂਦੇ ਨੇ। ਤੇ ਅਖੀਰ 'ਚ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ। ਕਹਿੰਦੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਕਿਉਂਕਿ ਗੁਰੂ ਅਮਰਦਾਸ ਸਾਹਿਬ ਗੁਰੂ ਨੂੰ ਸਮਰਪਿਤ ਹੋ ਗਏ, ਗੁਰੂ ਅੰਗਦ ਦੇਵ ਗੁਰੂ ਨਾਨਕ ਜੀ ਨੂੰ। ਤੇ ਫਿਰ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਹੁਣ ਵਾਹਿਗੁਰੂ ਦਾ ਨਾਮ ਸਾਡੇ ਜੀਵਨ ਦੀ ਰਾਸ ਪੂੰਜੀ ਬਣ ਗਿਆ ਹੈ ਤੇ ਮਨ ਉਹਦਾ ਵਣਜਾਰਾ ਬਣ ਗਿਆ ਹੈ, ਮਨ ਉਹਦਾ ਵਪਾਰੀ ਬਣ ਗਿਆ ਹੈ। ਹੁਣ ਦਿਨ ਰਾਤ ਮਨ ਅਕਾਲ ਦੀ ਨਾਮ ਰੂਪੀ ਪੂੰਜੀ, ਪਰਮਾਤਮਾ ਦੀ ਸਿਮਰਨ ਰੂਪੀ ਪੂੰਜੀ 'ਚ ਜੁੜਿਆ ਰਹਿੰਦਾ ਹੈ। ਤੇ ਜਿਨ੍ਹਾਂ ਜਿਨ੍ਹਾਂ ਦਾ ਮਨ ਵੀ ਵਾਹਿਗੁਰੂ ਦੇ ਨਾਮ ਰੂਪੀ ਪੂੰਜੀ ਦਾ ਵਪਾਰੀ ਬਣ ਗਿਆ ਨਾ, ਉਹ ਫਿਰ ਜੀਵ ਸਮਝੋ ਉਸ ਰਸਤੇ ਤੇ ਤੁਰ ਪਏ ਨੇ ਜਿਹੜੇ ਰਸਤੇ ਤੇ ਚੱਲਣ ਦੇ ਨਾਲ ਅੱਗੇ ਆਨੰਦ ਦੀ ਦਾਤ ਮਿਲਦੀ ਹੈ, ਸੁਖ ਤੇ ਪਰਮ ਸੁਖ ਦੀ ਦਾਤ ਮਿਲਦੀ ਹੈ। ਜਿਸ ਰਸਤੇ ਤੇ ਚੱਲਿਆ ਮਨੁੱਖ ਬਾਹਰ ਦੀਆਂ ਚਿੰਤਾਵਾਂ ਤੋਂ, ਸੋਚਾਂ ਤੋਂ, ਪਰੇਸ਼ਾਨੀਆਂ ਤੋਂ ਮੁਕਤ ਹੁੰਦਾ ਹੈ, ਉਹ ਦਾਤ ਮਿਲਦੀ ਹੈ ਗੁਰੂ ਕਿਰਪਾ ਸਦਕਾ, ਗੁਰੂ ਦੇ ਦਰ ਤੋਂ, ਗੁਰੂ ਦੇ ਚਰਨਾਂ ਚੋਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਮਨ ਗੁਰੂ ਨੂੰ ਸਮਰਪਿਤ ਕਰਕੇ ਗੁਰਸਿੱਖ ਮੀਤ ਚਲੋ ਗੁਰਚਾਲੀ ਦੇ ਰਸਤੇ ਤੇ ਤੁਰੀਏ। ਵਾਹਿਗੁਰੂ ਜੀ ਦੇ ਨਾਮ ਦੇ ਨਾਲ, ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਅਗਾਧ ਬੁੱਧ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।